ਪਹਿਲੇ 3 ਮਹੀਨੇ ਨੇ ਉਹ ਬਹੁਤ ਜ਼ਿਆਦਾ ਕ੍ਰੂਸ਼ਲ ਹੁੰਦੇ ਨੇ। ਜੇ ਮਿਸਕੈਰੇਜ ਹੋਣਾ ਹੈ ਤਾਂ ਇਹਦੇ ਵਿੱਚ ਹੀ ਹੋ ਸਕਦਾ ਹੈ। ਕੀ ਇਹ ਸਹੀ ਹੈ? ਜਿੰਨੇ ਵੀ ਮਿਸਕੈਰੇਜ ਹੁੰਦੇ ਆ ਉਹਨਾਂ ਵਿੱਚੋਂ ਮੈਜੋਰਿਟੀ 6 ਤੋਂ ਲੈ ਕੇ 8 ਹਫ਼ਤੇ ਤੋਂ ਪਹਿਲਾਂ ਹੀ ਹੁੰਦੇ ਆ। ਹੁਣ ਉਹਦਾ ਕੀ ਰੀਜ਼ਨ ਹੈ? ਮਿਸਕਨਸੈਪਸ਼ਨ ਹੈ ਲੋਕਾਂ 'ਚ ਆਮ ਤੌਰ ਤੇ ਕਿ ਮਾਂ ਨੇ ਧਿਆਨ ਨਹੀਂ ਰੱਖਿਆ ਜਾਂ ਉਹਨੇ ਟਰੈਵਲ ਕਰ ਲਿਆ। ਇਹ ਰੀਜ਼ਨ ਨਹੀਂ ਹੈ, ਬਿਲਕੁਲ ਹੀ ਨਹੀਂ ਹੁੰਦਾ। ਬਿਲਕੁਲ ਨਹੀਂ ਹੁੰਦਾ, ਬਹੁਤ ਘੱਟ। ਜਿਹੜੀਆਂ ਡਾਇਬੀਟਿਕ ਮਦਰਸ ਹੈ ਅਨਕੰਟਰੋਲਡ ਹੈ ਉਹਨਾਂ ਵਿੱਚ ਬੱਚਿਆਂ 'ਚ ਬਰਥ ਡਿਫੈਕਟ ਜ਼ਿਆਦਾ ਹੈ, ਮਿਸਕੈਰੇजेस ਦਾ ਇਨਸੀਡੈਂਸ ਜ਼ਿਆਦਾ ਹੈ। ਪਹਿਲੇ 3 ਮਹੀਨੇ 'ਚ ਜਦੋਂ ਵੀ ਬਲੀਡਿੰਗ ਹੁੰਦੀ ਹੈ ਨਾ ਮਦਰ ਬਹੁਤ ਪੈਨਿਕ ਹੋ ਜਾਂਦੀ ਹੈ। ਸਾਡੇ ਇਹ ਰੈੱਡ ਫਲੈਗ ਹੈ। ਫੈਮਿਲੀ ਮੈਂਬਰ ਕੁਝ ਹੁੰਦੇ ਨੇ ਉਹ ਕਹਿਣਗੇ ਜ਼ਿਆਦਾ ਮਿੱਠਾ ਨਹੀਂ ਖਾਣਾ, ਬੇਬੀ ਤੇ ਇਫੈਕਟ ਪਏਗਾ, ਜ਼ਿਆਦਾ ਖੱਟਾ ਨਹੀਂ ਖਾਣਾ, ਇਹ ਨਹੀਂ ਖਾਣਾ। ਤੁਸੀਂ ਦੱਸੋ ਕੀ ਹੈ ਸਹੀ? ਸੰਤਾਨ ਦੇ ਗਰਭ 'ਚ ਵਿਕਾਸ ਤੋਂ ਲੈ ਕੇ ਦੁਨੀਆ 'ਚ ਪਹੁੰਚਣ ਤੱਕ ਸਫ਼ਰ ਤੇ ਇਹ ਸਾਡਾ ਖਾਸ ਪ੍ਰੋਗਰਾਮ ਤੁਹਾਡੇ ਸਭ ਲਈ। ਸਾਡਾ ਮਕਸਦ ਖੁਸ਼ਨੁਮਾ ਮਾਪੇ, ਸਿਹਤਮੰਦ ਬੱਚੇ। ਸਤਿ ਸ੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਖਾਸ ਹਫਤਾਵਰੀ ਪ੍ਰੋਗਰਾਮ ਗਰਭ ਗਿਆਨ ਦੇ ਨਾਲ। ਮੈਂ ਹਰਸ਼ਰਨ ਕੌਰ ਤੇ ਸਾਡੇ ਬਹੁਤ ਹੀ ਪਿਆਰੇ ਤੇ ਖਾਸ ਮਹਿਮਾਨ ਡਾਕਟਰ ਸੀਮਾ ਸ਼ਰਮਾ ਸਾਡੇ ਨਾਲ ਜੁੜਨਗੇ। ਤੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਖਾਸ ਤੌਰ ਤੇ ਪ੍ਰੈਗਨੈਂਸੀ ਦੇ ਬਾਰੇ ਗੱਲ ਕਰਦੇ ਹਾਂ। ਮਾਹਿਰ ਡਾਕਟਰਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਪ੍ਰੈਗਨੈਂਸੀ ਹੁੰਦੀ ਹੈ, ਇੱਕ ਮਹਿਲਾ ਪ੍ਰੈਗਨੈਂਟ ਹੁੰਦੀ ਹੈ ਤਾਂ ਉਹਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਡਾਕਟਰਸ ਨੇ ਜਿਹੜੇ ਕੀ ਸਲਾਹਾਂ ਦਿੰਦੇ ਨੇ, ਹਰ ਤਰ੍ਹਾਂ ਦਾ ਸਵਾਲ ਹੈ ਜਿਹੜਾ ਉਹ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਡਿਟੇਲ 'ਚ ਡਿਸਕਸ ਕਰਦੇ ਹਾਂ। ਸੋ 2 ਐਪੀਸੋਡ ਕੰਪਲੀਟ ਹੋ ਚੁੱਕੇ ਨੇ। ਅੱਜ ਅਸੀਂ ਗੱਲ ਕਰਾਂਗੇ ਫਸਟ ਟ੍ਰਾਈਮੈਸਟਰ ਦੀ। ਜਦੋਂ ਪ੍ਰੈਗਨੈਂਸੀ ਦਾ ਫਸਟ ਟ੍ਰਾਈਮੈਸਟਰ ਹੁੰਦਾ, ਪਹਿਲੇ 3 ਮਹੀਨੇ ਹੁੰਦੇ ਨੇ, ਤਾਂ ਉਹ ਕਿੰਨਾ ਕੁ ਨਾਜ਼ੁਕ ਸਮਾਂ ਹੁੰਦਾ ਹੈ, ਉਹਦੇ ਵਿੱਚ ਕੀ ਟੈਸਟ ਹੁੰਦੇ ਨੇ, ਡਾਕਟਰ ਸਾਨੂੰ ਕੀ ਰਿਕਮੈਂਡ ਕਰਦੇ ਨੇ, ਤੇ ਜੇ ਸਾਨੂੰ ਨਹੀਂ ਪਤਾ ਕੁਝ ਸਵਾਲਾਂ ਦੇ ਜਵਾਬ ਤਾਂ ਉਹ ਅਸੀਂ ਇਸ ਪ੍ਰੋਗਰਾਮ 'ਚ ਲੈਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸੀਮਾ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸੋ ਡਾਕਟਰ ਸਾਹਿਬ, ਪਿਛਲੇ ਐਪੀਸੋਡ 'ਚ ਆਪਾਂ ਗੱਲ ਕੀਤੀ ਸੀ ਅਰਲੀ ਪ੍ਰੈਗਨੈਂਸੀ ਦੀ। ਹੁਣ ਮੈਨੂੰ ਲੱਗਦਾ ਕਿ ਆਪਾਂ ਪਹਿਲੇ 3 ਮਹੀਨਿਆਂ ਦੀ ਪੂਰੀ ਗੱਲ ਕਰੀਏ। ਕਈ ਵਾਰੀ ਤਾਂ ਮੈਨੂੰ ਲੱਗਦਾ ਹੈ ਕਿ ਕਈ ਪੇਰੈਂਟਸ ਨੂੰ ਪਤਾ ਹੀ ਨਹੀਂ ਹੁੰਦਾ, 6 ਹਫ਼ਤਿਆਂ ਬਾਅਦ ਜਾਂ 4 ਹਫ਼ਤਿਆਂ ਬਾਅਦ ਪਤਾ ਲੱਗਦਾ ਪ੍ਰੈਗਨੈਂਸੀ ਦਾ। ਆਮ ਤੌਰ 'ਤੇ ਇੰਨਾ ਕੁ ਟਾਈਮ ਲੰਘ ਹੀ ਜਾਂਦਾ ਹੈ। ਤੇ ਅਸੀਂ ਵੱਡਿਆਂ ਤੋਂ ਸੁਣਿਆ ਹੋਇਆ ਕਿ ਜਿਹੜੇ ਪਹਿਲੇ 3 ਮਹੀਨੇ ਨੇ ਉਹ ਬਹੁਤ ਜ਼ਿਆਦਾ ਕ੍ਰੂਸ਼ਲ ਹੁੰਦੇ ਨੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣਾ ਹੁੰਦਾ ਹੈ। ਜੇ ਮਿਸਕੈਰੇਜ ਹੋਣਾ ਤਾਂ ਇਹਦੇ ਵਿੱਚ ਹੀ ਮਤਲਬ ਹੋ ਸਕਦਾ ਹੈ। ਕੀ ਇਹ ਸਹੀ ਹੈ ਮੈਡੀਕਲੀ ਜੇ ਦੇਖੀਏ ਅਸੀਂ? ਹਰਸ਼ਰਨ, ਇਹ ਬਿਲਕੁਲ ਸਹੀ ਹੈ ਕਿਉਂਕਿ ਜੇ ਤੁਸੀਂ ਦੇਖੋ ਅਰਲੀ ਪ੍ਰੈਗਨੈਂਸੀ ਫੇਲਿਅਰ ਜਿਹਨੂੰ ਅਸੀਂ ਕਹਿੰਦੇ ਆ ਜੀ, ਸੋ ਜਿੰਨੇ ਵੀ ਮਿਸਕੈਰੇਜ ਹੁੰਦੇ ਆ ਉਹਨਾਂ ਵਿੱਚੋਂ ਮੈਜੋਰਿਟੀ 6 ਤੋਂ ਲੈ ਕੇ 8 ਹਫ਼ਤੇ ਤੋਂ ਪਹਿਲਾਂ ਹੀ ਹੁੰਦੇ ਆ। ਜੀ ਜੀ। ਅਗਰ 8 ਵੀਕਸ ਕੋਈ ਪ੍ਰੈਗਨੈਂਸੀ ਹੋ ਗਈ, मतलब 2 ਮਹੀਨੇ ਕੰਪਲੀਟ ਹੋ ਗਏ और बेबी ਦੀ हार्ट बीट ठीक है, ਤਾਂ 80% ਚਾਂਸ ਹੈ ਕਿ ਉਸ ਤੋਂ ਬਾਅਦ ਮਿਸਕੈਰੇਜ ਨਹੀਂ ਹੋਏਗਾ। ਠੀਕ ਹੈ। 10-15% ਮਿਸਕੈਰੇजेस ਫਿਰ 9-10 ਵੀਕਸ ਤੇ ਵੀ ਹੁੰਦੇ ਆ, ਲੇਕਿਨ ਘੱਟ, ਬਹੁਤ ਘੱਟ। ਠੀਕ ਹੈ। ਮੇਜਰ ਚੰਕ ਜਿਹੜਾ ਹੈ ਉਹ ਫਰਸਟ 2 ਮੰਥਸ ਹੁੰਦਾ ਹੈ। ਠੀਕ ਹੈ। ਠੀਕ ਹੈ। ਹੁਣ ਉਹਦਾ ਕੀ ਰੀਜ਼ਨ ਹੈ? ਉਹਦਾ ਰੀਜ਼ਨ ਇਹ ਨਹੀਂ ਹੈ ਕਿ ਮਦਰ ਨੇ ਧਿਆਨ ਨਹੀਂ ਰੱਖਿਆ। ਯੈਸ, ਹਾਂ, ਅਗਰ ਕੋਈ ਮਦਰ ਸਮੋਕਰ ਹੈ, ਕੋਈ ਮਦਰ ਐਲਕੋਹਲ ਲੈ ਰਹੀ ਹੈ ਜਾਂ ਕੋਈ ਮਦਰ ਨੇ ਇਹੋ ਜਿਹੀ ਕੋਈ ਡਰੱਗਸ ਲੈ ਲਈਆਂ ਜਿਹੜੀਆਂ ਸੇਫ ਨਹੀਂ ਹੈ, ਪਰ ਉਹ ਬਹੁਤ ਘੱਟ ਰੀਜ਼ਨ ਹੈ। ਮੇਜਰ ਰੀਜ਼ਨ ਜਿਹੜਾ ਅਰਲੀ ਮਿਸਕੈਰੇजेस ਦਾ ਉਹ ਇਹ ਹੈ ਕਿ ਜਿਹੜੇ ਐਗਸ ਹੈ ਉਹਨਾਂ 'ਚ ਬੜੀ ਵਾਰੀ ਕੋਈ ਨਾ ਕੋਈ ਜੈਨੇਟਿਕ ਪ੍ਰੋਬਲਮ ਹੁੰਦੀ ਹੈ ਜਿਹਦੀ ਵਜ੍ਹਾ ਨਾਲ ਉਹਨਾਂ 'ਚ ਬੇਬੀ ਬਣਨ ਦੀ ਪੋਟੈਂਸ਼ੀਅਲ ਨਹੀਂ ਹੁੰਦੀ। ਸੋ ਅਸੀਂ ਇਹੋ ਜਿਹੀਆਂ ਪ੍ਰੈਗਨੈਂਸੀਜ਼ ਨੂੰ ਨੌਨ ਵਾਇਬਲ ਕਹਿੰਦੇ ਆ। ਨੌਨ ਵਾਇਬਲ ਮਤਲਬ ਜਿਹੜਾ ਬੇਬੀ ਬਣਾਉਣ ਦਾ ਕੈਪੇਬਲ ਹੀ ਨਹੀਂ ਹੈ। ਸੋ ਉਹਦੇ 'ਚ ਕੋਈ ਜਾਨ ਤਾਂ ਨਹੀਂ ਪਾ ਸਕਦਾ, ਉਹ ਤਾਂ ਕੁਦਰਤ ਵੱਲੋਂ ਹੀ ਹੈ। ਸੋ ਅਗਰ ਕੋਈ ਨਾ ਕੋਈ ਮੇਜਰ ਜੈਨੇਟਿਕ ਡਿਫੈਕਟ ਹੈ ਤਾਂ ਉਹ ਜਿਹੜੇ ਐਗਸ ਹੈ ਫਰਟੀਲਾਈਜ਼ਡ ਜਾਂ ਐम्ब्रियोज ਉਹ ਸਰਵਾइव नहीं कर पाते, सो दे एंड अप इन अर्ली प्रेगनेंसी फेलियर। तो ये एक बड़ा भ्रम है, तुसी कह लो कि ये मिसकनसैप्शन है लोगों च आम तौर ते कि मां ने ध्यान नहीं रखिया या उन्हें ट्रैवल कर लिया। ਇਹ ਰੀਜ਼ਨ ਨਹੀਂ ਹੈ, ਇਹ ਰੀਜ਼ਨ ਨਹੀਂ ਹੈ। ਆਮ ਤੌਰ ਤੇ ਮਤਲਬ ਬਿਲਕੁਲ ਹੀ ਨਹੀਂ ਹੁੰਦਾ ਇਹ ਰੀਜ਼ਨ। ਬਿਲਕੁਲ ਨਹੀਂ ਹੁੰਦਾ, ਬਹੁਤ ਘੱਟ। ਮਤਲਬ ਜੇ 100 ਮਿਸਕੈਰੇजेस ਹੈ ਉਹਦਾ ਚੋਂ ਲੈਸ ਦੈਨ 5% ਇਹ ਰੀਜ਼ਨ ਹੋਏਗਾ। 90% ਰੀਜ਼ਨਸ ਆਰ ਵੈਰੀ ਡਿਫਰੈਂਟ। ਉਹ ਜਾਂ ਤਾਂ ਕੋਈ ਮੈਟਰਨਲ ਕੌਜ਼ ਹੈ ਕਿ ਮਦਰ 'ਚ ਕੋਈ ਮੈਡੀਕਲ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਰਿਪੀਟਡ ਮਿਸਕੈਰੇਜ ਹੋ ਰਹੇ ਹੈ, ਜਾਂ ਫਿਰ ਉਹ ਬੇਬੀ 'ਚ ਇੰਟ੍ਰਿੰਸਿਕ ਡਿਫੈਕਟ ਹੈ, ਜਾਂ ਰੇਅਰਲੀ ਕਈ ਵਾਰੀ ਕੀ ਹੁੰਦਾ ਹੈ ਕਿ ਮਦਰ ਦੇ ਯੂਟਰਸ 'ਚ ਕੋਈ ਫਾਈਬਰੋਇਡ ਹੈ, ਕੋਈ ਹੋਰ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਮਿਸਕੈਰੇਜ ਹੋ ਰਿਹਾ ਹੈ। ਪਰ ਇਹ ਕਿਸੇ ਦੇ ਕਰਨ ਜਾਂ ਨਾ ਕਰਨ ਨਾਲ
ਇਹਦਾ ਕੋਈ ਲਿੰਕ ਨਹੀਂ ਹੈ। ਠੀਕ ਹੈ, ਯਾਨੀ ਕਿ ਮਤਲਬ ਜੋ ਅਸੀਂ ਫਾਲਤੂ ਦੀਆਂ ਧਾਰਨਾਵਾਂ ਬਣਾਈਆਂ ਹੋਈਆਂ ਨੇ ਉਹਨਾਂ ਚੋਂ ਜ਼ਰੂਰ ਸਾਨੂੰ ਨਿਕਲਣਾ ਚਾਹੀਦਾ ਹੈ। ਤੇ ਡਾਕਟਰ ਸਾਹਿਬ ਫਿਰ ਕਿਹੜੇ ਮਤਲਬ ਟੈਸਟ ਫਸਟ ਟ੍ਰਾਈਮੈਸਟਰ ਦੇ ਵਿੱਚ ਹੁੰਦੇ ਨੇ? ਪਿਛਲੀ ਵਾਰੀ ਤੁਸੀਂ ਦੱਸਿਆ ਸੀ ਉਦਾਂ ਤਾਂ ਕਿ ਸਕੈਨ ਹੈ ਜਿਹੜਾ ਇੰਨੇ ਹਫ਼ਤਿਆਂ 'ਚ ਹੋ ਜਾਣਾ ਚਾਹੀਦਾ, ਹੋਰ ਕੀ ਕੁਝ ਮੇਜਰ ਮੈਡੀਕੇਸ਼ਨ? ਦੇਖੋ, ਜਦੋਂ ਵੀ ਕੋਈ ਪ੍ਰੈਗਨੈਂਟ ਮਹਿਲਾ ਸਾਡੇ ਕੋਲ ਫਸਟ ਟ੍ਰਾਈਮੈਸਟਰ 'ਚ ਆਉਂਦੀ ਹੈ, ਅਸੀਂ ਸਭ ਤੋਂ ਪਹਿਲਾਂ ਉਹਦਾ ਬਲੱਡ ਗਰੁੱਪ ਟੈਸਟ ਕਰਦੇ ਹਾਂ ਜੀ। ਬਲੱਡ ਗਰੁੱਪ ਕਰਦੇ ਹਾਂ, ਹੀਮੋਗਲੋਬਿਨ ਕਰਦੇ ਹਾਂ, ਹੈ ਨਾ। ਅਸੀਂ ਕਈ ਇਨਫੈਕਸ਼ਨਸ ਹੈ ਜਿਹਦੇ ਬਾਰੇ 'ਚ ਸਕਰੀਨਿੰਗ ਕਰਦੇ ਹਾਂ, ਜਿਵੇਂ ਏਡਜ਼ ਹੈ, HIV ਟੈਸਟ ਕਰਦੇ ਹਾਂ, ਹੈਪੇਟਾਈਟਿਸ ਕਰਦੇ ਹਾਂ, ਔਰ ਅਸੀਂ ਉਹਨਾਂ ਦਾ ਯੂਰਿਨ ਟੈਸਟ ਕਰਦੇ ਹਾਂ, ਸ਼ੂਗਰ ਟੈਸਟ ਕਰਦੇ ਹਾਂ, ਹੁਣ ਥਾਇਰੋਇਡ ਚੈੱਕ ਕਰਦੇ ਹਾਂ। ਹੁਣ ਇਹ ਸਾਰੇ ਬਲੱਡ ਦੇ ਜਿਹੜੇ ਟੈਸਟ ਹੈ ਕਿਉਂ ਜ਼ਰੂਰੀ ਹੈ? ਕਿਉਂਕਿ ਦੇਖੋ, ਆਪਾਂ ਬਲੱਡ ਗਰੁੱਪ ਦੀ ਗੱਲ ਕਰਦੇ ਹਾਂ। ਅਗਰ ਕੋਈ ਵੀ ਮਦਰ ਦਾ ਬਲੱਡ ਗਰੁੱਪ ਨੈਗੇਟਿਵ ਹੈ ਔਰ ਉਹਦੇ ਪਾਰਟਨਰ ਦਾ, ਹਸਬੈਂਡ ਦਾ ਬਲੱਡ ਗਰੁੱਪ ਪੋਜ਼ਿਟਿਵ ਹੈ, ਇਹੋ ਜਿਹੀਆਂ ਪ੍ਰੈਗਨੈਂਸੀਜ਼ ਵਿੱਚ ਅੱਗੇ ਜਾ ਕੇ ਬੱਚੇ ਨੂੰ ਜੌਂਡਿਸ ਹੋਣ ਦਾ ਖਤਰਾ ਹੁੰਦਾ ਹੈ। ਠੀਕ ਹੈ। ਇਸ ਕਰਕੇ ਅਸੀਂ ਨਿਊਬੋਰਨ ਜਿਹੜਾ ਨਵ ਜਨਮਾ ਬੱਚਾ ਹੈ ਉਹਦੇ ਜੌਂਡਿਸ ਨੂੰ ਪ੍ਰੀਵੈਂਟ ਕਰਨ ਵਾਸਤੇ ਮਦਰ ਨੂੰ ਇੱਕ ਐਂਟੀ-ਡੀ ਦਾ ਇੰਜੈਕਸ਼ਨ ਪ੍ਰੈਗਨੈਂਸੀ ਦੇ ਦੌਰਾਨ ਲਗਾਉਂਦੇ ਆ। ਠੀਕ ਹੈ। ਹੁਣ ਜੇ ਹਸਬੈਂਡ ਦਾ ਬਲੱਡ ਗਰੁੱਪ ਨੈਗੇਟਿਵ ਹੈ ਫਿਰ ਕੋਈ ਪ੍ਰੋਬਲਮ ਨਹੀਂ ਹੈ। ਸੋ ਇਹ ਡਾਊਟ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ। ਬਹੁਤ ਬਾਰੀ ਪੇਸ਼ੈਂਟਸ ਪੁੱਛਦੇ, ਮੈਮ ਹਸਬੈਂਡ ਨੈਗੇਟਿਵ ਹੈ ਬਟ ਵਾਈਫ ਪੋਜ਼ਿਟਿਵ ਹੈ, ਫਿਰ ਵੀ ਪ੍ਰੋਬਲਮ ਹੈ? ਨੋ, ਪ੍ਰੋਬਲਮ ਤਾਂ ਹੀ ਹੈ ਜੇ ਮਦਰ ਦਾ ਬਲੱਡ ਗਰੁੱਪ ਨੈਗੇਟਿਵ ਹੈ। ਸੋ ਉਹ ਵੀ ਪ੍ਰੋਬਲਮ ਨਹੀਂ, ਬਸ ਵੀ ਹੈਵ ਟੂ ਬੀ ਮੋਰ ਕੇਅਰਫੁਲ। ਵੀ ਹੈਵ ਟੂ ਬੀ ਮੋਰ ਕੇਅਰਫੁਲ ਬਿਕਾਜ਼ ਅਗਰ ਮਦਰ ਨੈਗੇਟਿਵ ਹੈ ਔਰ ਫਾਦਰ ਪੋਜ਼ਿਟਿਵ ਹੈ ਤਾਂ ਇਹਨਾਂ ਦੇ ਜਿਹੜੇ ਨਿਊਬੋਰਨ ਬੱਚੇ ਉਹਨਾਂ 'ਚ ਜੌਂਡਿਸ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਸੋ ਇੱਕ ਬਲੱਡ ਗਰੁੱਪ ਹੋ ਗਿਆ, ਬਹੁਤ ਇੰਪੋਰਟੈਂਟ। ਸੈਕੰਡ ਇਜ਼ ਹੀਮੋਗਲੋਬਿਨ। ਹੀਮੋਗਲੋਬਿਨ ਅਸੀਂ ਕਿਉਂ ਕਰਦੇ ਹਾਂ? ਬਿਕਾਜ਼ ਜਿਹੜੀਆਂ ਮਦਰਸ ਅਨੀਮਿਕ ਹੈ, ਜਿਨ੍ਹਾਂ ਵਿੱਚ ਖੂਨ ਦੀ ਘਾਟ ਹੈ, ਅਗਰ ਉਹਨੂੰ ਅਸੀਂ ਕਰੈਕਟ ਨਹੀਂ ਕਰਾਂਗੇ ਤਾਂ ਅੱਗੇ ਜਾ ਕੇ ਜਿਹੜੇ ਬੇਬੀਜ਼ ਹੈ ਜਿਹੜੇ ਅੰਦਰ ਡਿਵੈਲਪ ਹੋ ਰਹੇ ਹੈ ਉਹਨਾਂ 'ਚ ਵੀ ਅਨੀਮੀਆ ਹੋਏਗਾ। ਠੀਕ ਹੈ। ਨੰਬਰ 1। ਨੰਬਰ 2, ਅਨੀਮਿਕ ਮਦਰਸ ਵਿੱਚ ਪ੍ਰੈਗਨੈਂਸੀ ਦੀਆਂ ਕੰਪਲਿਕੇਸ਼ਨਸ ਬਹੁਤ ਜ਼ਿਆਦਾ ਹੁੰਦੀਆਂ। ਇਸ ਕਰਕੇ ਅਸੀਂ HB ਚੈੱਕ ਕਰਦੇ ਹਾਂ ਔਰ ਅਗਰ ਉਹ 11 ਤੋਂ ਘੱਟ ਹੈ ਫਿਰ ਆਇਰਨ ਸਪਲੀਮੈਂਟੇਸ਼ਨ ਜਿਹੜੀ ਹੈ ਉਹ ਜ਼ਰੂਰ ਦੇਣੀ ਹੈ। ਡਾਈਟ ਰਾਹੀਂ, ਖੁਰਾਕ ਰਾਹੀਂ, ਦਵਾਈਆਂ ਰਾਹੀਂ ਅਸੀਂ ਉਹ HB ਨੂੰ ਇੰਪਰੂਵ ਕਰਨਾ ਚਾਹੁੰਦੇ ਹਾਂ। ਜੀ। ਥਰਡ ਹੋ ਗਿਆ ਸ਼ੂਗਰ। ਬਿਕਾਜ਼ ਇਹ ਦੇਖਿਆ ਗਿਆ ਕਿ ਜਿਹੜੀਆਂ ਮਦਰਸ ਡਾਇਬੀਟਿਕ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਸ਼ੂਗਰ ਹੈ ਔਰ ਅਗਰ ਅਸੀਂ ਨਹੀਂ ਪਿਕਅਪ ਕਰਾਂਗੇ ਤਾਂ ਸ਼ੂਗਰ ਬੱਚੇ ਲਈ ਵੀ ਬਹੁਤ ਹਾਨੀਕਾਰਕ ਹੈ, ਮਦਰ ਦੀ ਆਪਣੀ ਹੈਲਥ ਲਈ ਵੀ ਹੈ। ਇਹ ਦੇਖਿਆ ਗਿਆ ਕਿ ਜਿਹੜੀਆਂ ਡਾਇਬੀਟਿਕ ਮਦਰਸ ਹੈ, ਅਨਕੰਟਰੋਲਡ ਹੈ, ਉਹਨਾਂ ਵਿੱਚ ਬੱਚਿਆਂ 'ਚ ਬਰਥ ਡਿਫੈਕਟ ਜ਼ਿਆਦਾ ਹੈ, ਮਿਸਕੈਰੇजेस ਦਾ ਇਨਸੀਡੈਂਸ ਜ਼ਿਆਦਾ ਹੈ। ਠੀਕ ਹੈ। फोर्थ इज थायराइड। थायराइड अगेन आजकल बहुत कॉमन है। बहुत सारी मदर्स हाइपोथायराइड है, मतलब थायराइड ग्लैंड का फंक्शन नॉर्मल नहीं है जी। उस लिए ਅਸੀਂ थायराइड चेक करके अगर वो वैल्यू अपनी घट वध है तो ਉਹਨੂੰ ਕਰੈਕਟ ਕਰਦੇ ਹਾਂ ताकि ਅੱਗੇ ਜਾ ਕੇ ਹਾਈਪੋਥਾਇਰੋਇਡਿਜ਼ਮ ਅਗਰ ਕਰੈਕਟ ਨਾ ਕਰੋ ਤੇ ਬੱਚਿਆਂ ਦਾ ਇੰਟੈਲੀਜੈਂਸ ਕੋਸ਼ੈਂਟ ਜਿਹੜਾ ਉਹ ਡਿਸਟਰਬਡ ਹੈ ਜੀ, ਕਿ ਉਹ ਬੱਚੇ ਜਿਹੜੇ ਆਮ ਬੱਚਿਆਂ ਨਾਲੋਂ ਘੱਟ ਇੰਟੈਲੀਜੈਂਟ ਹੋਣਗੇ। ਇਸ ਕਰਕੇ ਮਦਰ ਦਾ ਹਾਈਪੋਥਾਇਰੋਇਡਿਜ਼ਮ ਕਰੈਕਟ ਕਰਨਾ ਜ਼ਰੂਰੀ ਹੈ ਜੀ ਜੀ ਬੱਚਿਆਂ ਦੀ ਨਾਰਮਲ ਡਿਵੈਲਪਮੈਂਟ ਵਾਸਤੇ। ਜੀ ਡਾਕਟਰ ਸਾਹਿਬ। और इन्फेक्शंस यस, अगर मदर ਨੂੰ ਕੋਈ ਇਨਫੈਕਸ਼ਨ ਹੈ ਤਾਂ ਅਕੋਰਡਿੰਗਲੀ ਫਿਰ ਉਹ ਅੱਗੇ ਜਾ ਕੇ ਟ੍ਰੀਟਮੈਂਟ ਕੀਤਾ ਜਾਂਦਾ ਹੈ। ਸੋ ਇਸ ਕਰਕੇ ਇਹ ਸਾਰੇ ਬਲੱਡ ਟੈਸਟ ਜਿਹੜੇ ਹੈ ਫਰਸਟ ਟ੍ਰਾਈਮੈਸਟਰ 'ਚ ਕੀਤੇ ਜਾਂਦੇ ਜ਼ਰੂਰੀ ਹੁੰਦੇ ਨੇ। ਅੱਛਾ, ਇੱਕ ਗੱਲ ਜਿਹੜੀ ਆਪਾਂ ਡਿਸਕਸ ਕਰਨਾ ਚਾਹੁੰਦੇ ਹਾਂ ਮਿਸਕੈਰੇजेस ਨਾਲ ਹੀ ਰਿਲੇਟਡ, ਮੈਂ ਪੇਸ਼ੈਂਟਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਪਹਿਲੇ 3 ਮਹੀਨੇ 'ਚ ਜਦੋਂ ਵੀ ਬਲੀਡਿੰਗ ਹੁੰਦੀ ਹੈ ਨਾ, ਮਦਰ ਬਹੁਤ ਪੈਨਿਕ ਹੋ ਜਾਂਦੀ ਹੈ। ਹਾਂਜੀ, ਇਹ ਮੇਰਾ ਸਵਾਲ ਵੀ ਸੀ ਕਿ ਬਲੀਡਿੰਗ ਦਾ ਕੀ ਰੀਜ਼ਨ ਹੁੰਦਾ ਹੈ। ਸੋ ਸਾਡੇ ਇਹ ਰੈੱਡ ਫਲੈਗ ਹੈ ਕਿ ਅਸੀਂ ਕਹਿੰਦੇ ਵੀ ਕੀ ਵਾਰਨਿੰਗ ਸਾਈਨਸ ਹੈ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਵੀ ਗਰਭਵਤੀ ਮਹਿਲਾ ਨੂੰ 9 ਮਹੀਨੇ 'ਚ ਜਦੋਂ ਵੀ ਬਲੀਡਿੰਗ ਹੁੰਦੀ ਹੈ ਉਹ ਉਹਦੇ ਵਾਸਤੇ ਵੀ ਥੋੜਾ ਜਿਹਾ ਪੈਨਿਕ ਦਾ ਰੀਜ਼ਨ ਹੋ ਜਾਂਦਾ ਹੈ ਔਰ ਵੈਸੇ ਵੀ ਇਹ ਵਾਰਨਿੰਗ ਸਾਈਨ ਹੈ ਜੀ। ਸੋ ਆਪਾਂ ਗੱਲ ਕਰਦੇ ਹਾਂ ਫਰਸਟ ਟ੍ਰਾਈਮੈਸਟਰ 'ਚ। ਦੇਖੋ, ਹਰ ਬਲੀਡਿੰਗ ਲਈ ਪੈਨਿਕ ਨਹੀਂ ਕਰਨਾ ਹੈ। ਅਗਰ ਅਲਟਰਾਸਾਊਂਡ 'ਚ ਤੁਹਾਡੇ ਬੇਬੀ ਦੀ ਹਾਰਟਬੀਟ ਠੀਕ ਹੈ, ਗਰੋਥ ਠੀਕ ਹੈ, ਫਿਰ ਅਗਰ 6 ਤੋਂ ਲੈ ਕੇ 8 ਹਫ਼ਤੇ 'ਚ ਥੋੜੀ ਬਹੁਤ ਬਲੀਡਿੰਗ ਹੋ ਰਹੀ ਹੈ, ਦੈਟ ਕੈਨ ਬੀ ਨਾਰਮਲ, ਕਿਉਂਕਿ ਅਸੀਂ ਉਹਨੂੰ ਇੰਪਲਾਂਟੇਸ਼ਨ ਬਲੀਡ ਕਹਿੰਦੇ ਹਾਂ। ਮਤਲਬ ਜਦੋਂ ਐਮਬ੍ਰਿਓ ਵੂੰਬ ਦੇ ਅੰਦਰ ਜਾਂ ਯੂਟਰਸ ਦੀ ਲਾਈਨਿੰਗ 'ਚ ਐਮਬੈਡ ਕਰਦਾ ਹੈ ਉਸ ਟਾਈਮ ਤੇ ਥੋੜੀ ਜਿਹੀ ਬਲੀਡਿੰਗ ਅਰਾਊਂਡ ਦ ਟਾਈਮ ਆਫ ਯੋਰ ਮਿਸਡ ਪੀਰੀਅਡ ਮੈਂਸਸ ਵਾਂਗੂ ਡੇ 1 ਹਲਕੀ ਬਲੀਡਿੰਗ ਹੋ ਸਕਦੀ ਹੈ ਜੀ। ਅਗਰ ਬਲੀਡਿੰਗ ਦੇ ਬਾਵਜੂਦ ਬੇਬੀ ਦੀ ਹਾਰਟਬੀਟ ਠੀਕ ਹੈ, ਗਰੋਥ ਠੀਕ ਹੈ, ਫਿਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਟ ਕੈਨ ਬੀ ਇੰਪਲਾਂਟੇਸ਼ਨ ਬਲੀਡਿੰਗ ਵਿਚ ਇਜ਼ ਵੈਰੀ ਨਾਰਮਲ ਜੀ। ਬਟ ਐਟ ਦ ਸੇਮ ਟਾਈਮ फर्स्ट ट्राइमेस्टर च ब्लीडिंग मिसकैरेज का साइन हो सकता है। अगर आपको पेन हो रही है, क्लॉट्स आ रहे हैं, हैवी ब्लीडिंग हो रही है तो उसको बिल्कुल हम इग्नोर नहीं कर सकते क्योंकि ये मिसकैरेज का रीजन हो सकता है। तुरंत डॉक्टर ਨੂੰ ਕੰਸਲਟ ਕਰਨਾ ਚਾਹੀਦਾ। ਔਰ ਐਸ ਡਾਕਟਰਸ ਅਸੀਂ ਅਲਟਰਾਸਾਊਂਡ ਕਰਦੇ ਹਾਂ ਬਿਕਾਜ਼ देयर इज ਹੋਰ ਕੋਈ ਤਰੀਕਾ ਨਹੀਂ ਕਿ ਅਸੀਂ ਦੇਖ ਕੇ ਦੱਸ ਸਕੀਏ ਕਿ ਪ੍ਰੈਗਨੈਂਸੀ ਆਨਗੋਇੰਗ ਹੈ ਕਿ ਨਹੀਂ। ਔਰ ਅਗਰ ਅਲਟਰਾਸਾਊਂਡ 'ਚ ਬੱਚੇ ਦੀ ਗਰੋਥ ਠੀਕ ਹੈ, ਉਹਦੀ ਹਾਰਟਬੀਟ ਠੀਕ ਹੈ, ਦੈਨ ਫਿਰ ਅਸੀਂ ਤੁਹਾਨੂੰ ਰੀਅਸ਼ੋਰ ਕਰ ਦਿੰਦੇ ਹਾਂ। ਠੀਕ ਹੈ। ਔਰ ਬਲੀਡਿੰਗ ਰੋਕਣ ਵਾਸਤੇ ਵੀ ਸਾਡੇ ਕੋਲ ਕਈ ਹਾਰਮੋਨਸ ਹੈ, ਪ੍ਰੋਜੈਸਟਰੋਨ ਹੈ, ਜਿਹੜੇ ਅਸੀਂ ਓਰਲ ਫਾਰਮ 'ਚ ਜਾਂ
ਇੰਜੈਕਟੇਬਲ ਫਾਰਮ ਚ ਦਿੰਦੇ ਆ ਤਾਂ ਕਿ ਔਰ ਪੇਸ਼ੈਂਟ ਨੂੰ ਕਹਿੰਦੇ ਆ ਉਸ ਸਟੇਜ ਤੇ ਰੈਸਟ ਕਰਨਾ ਹੈ, ਜੀ। ਉਦੋਂ ਤੁਸੀਂ ਐਗਜ਼ਰਟ ਨਹੀਂ ਕਰਨਾ ਤਾਂ ਕਿ ਜਿਹੜੀ ਬਲੀਡਿੰਗ ਹੈ ਉਹ ਥੋੜੀ ਜਿਹੀ ਸਬਸਾਈਡ ਕਰ ਜਾਏ ਔਰ ਕੁਝ ਦਿਨਾਂ ਦੇ ਰੈਸਟ ਦੇ ਬਾਅਦ ਅਗੇਨ ਮਦਰ ਇਜ਼ ਨਾਰਮਲ, ਕੋਈ ਇੰਨੀ ਘਬਰਾਉਣ ਦੀ ਗੱਲ ਨਹੀਂ ਹੁੰਦੀ। ਜੀ ਜੀ। ਸੋ ਡਾਕਟਰ ਸਾਹਿਬ, ਇੱਕ ਤੁਸੀਂ ਦੱਸਿਆ ਸੀ ਲਾਸਟ ਪ੍ਰੋਗਰਾਮ ਦੇ ਵਿੱਚ ਕਿ ਫੋਲਿਕ ਐਸਿਡ ਹੈ ਜਿਹੜਾ ਉਹ ਲੈਣਾ ਜ਼ਰੂਰੀ ਹੁੰਦਾ ਹੈ, ਕਿ ਉਹ ਸਭ ਦੇ ਲਈ ਜ਼ਰੂਰੀ ਹੁੰਦਾ ਹੈ, ਹਰ ਮਦਰ ਦੇ ਲਈ, ਤੇ ਹੋਰ ਕਿਹੜਾ ਜਿਹੜਾ ਜ਼ਰੂਰੀ ਸਪਲੀਮੈਂਟ ਹੈ ਉਹ ਲੈਣਾ ਹੈ? ਦੇਖੋ 100% ਫੋਲਿਕ ਐਸਿਡ ਪ੍ਰੈਗਨੈਂਸੀ ਪਲਾਨ ਕਰਨ ਤੋਂ ਪਹਿਲਾਂ ਔਰ ਫਰਸਟ 3 ਮੰਥਸ ਵਿੱਚ ਬਹੁਤ ਜ਼ਰੂਰੀ ਹੈ, ਬਿਕਾਜ਼ ਫੋਲਿਕ ਐਸਿਡ ਦੀ ਘਾਟ ਨਾਲ ਬੇਬੀ ਦੀ ਬ੍ਰੇਨ ਡਿਵੈਲਪਮੈਂਟ ਔਰ ਸਪਾਈਨਲ ਕਾਰਡ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਐਬਨੋਰਮਲ ਹੋ ਸਕਦੀ ਹੈ। ਸੋ ਇੱਕ ਡਿਫੈਕਟਸ ਹੈ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਨਿਊਰਲ ਟਿਊਬ ਡਿਫੈਕਟ। ਨਿਊਰਲ ਟਿਊਬ ਕੀ ਹੈ? ਤੁਸੀਂ ਸੁਣਿਆ ਹੋਵੇਗਾ ਕਿ ਕਈ ਵਾਰ ਬੱਚਿਆਂ ਦੇ ਸਪਾਈਨ 'ਚ ਜਾਂ ਰੀੜ੍ਹ ਦੀ ਹੱਡੀ ਵਿੱਚ ਫੋੜਾ ਹੁੰਦਾ ਹੈ, ਜਿਹਨੂੰ ਸਪਾਈਨਾ ਬਾਈਫਿਡਾ ਵੀ ਕਹਿੰਦੇ ਆ, ਔਰ ਕਈ ਵਾਰ ਬੇਬੀਜ਼ ਦਾ ਬ੍ਰੇਨ ਹੀ ਨਹੀਂ ਠੀਕ ਬਣਦਾ, ਸਟਰਕਚਰਲੀ ਨਹੀਂ ਠੀਕ ਬਣਦਾ। ਸੋ ਇਹ ਡਿਫੈਕਟਸ ਜਿਹੜੇ ਆ ਪ੍ਰੀਵੈਂਟ ਕੀਤੇ ਜਾਂਦੇ ਆ ਜੇ ਆਪਾਂ ਫੋਲਿਕ ਐਸਿਡ ਸਪਲੀਮੈਂਟ ਕਰੀਏ। ਔਰ ਆਪਣੇ ਪਾਰਟ ਆਫ ਦਾ ਕੰਟਰੀ ਜਾਂ ਇੰਡੀਆ ਵਿੱਚ ਵੀ ਬਹੁਤ ਮਦਰਸ ਫੋਲਿਕ ਐਸਿਡ ਡੈਫੀਸ਼ੀਐਂਟ ਹੈ, ਕਿਉਂਕਿ ਜਿਹੜੇ ਅਸੀਂ ਵੈਜੀਟੇਰੀਅਨ ਖਾਣਾ ਖਾਂਦੇ ਆ ਉਹਦੇ 'ਚ ਇੰਨਾ ਫੋਲਿਕ ਐਸਿਡ ਸਾਨੂੰ ਮਿਲਦਾ ਨਹੀਂ ਹੈ। ਸੋ ਇਸ ਕਰਕੇ ਇੱਕ ਛੋਟੀ ਜਿਹੀ ਗੋਲੀ ਖਾਣ ਨਾਲ ਅਸੀਂ ਇਹਨਾਂ ਮੇਜਰ ਜਿਹੜੀ ਚੀਜ਼ ਆ ਉਹਨੂੰ ਪ੍ਰੀਵੈਂਟ ਕਰ ਸਕਦੇ ਹਾਂ। ਸੋ ਫੋਲਿਕ ਐਸਿਡ 100% ਮਦਰਸ ਨੂੰ ਲੈਣਾ ਬਹੁਤ ਜ਼ਰੂਰੀ ਹੈ। ਸੈਕਿੰਡ, ਅਗਰ ਮਦਰ ਅਨੀਮਿਕ ਹੈ, HB ਉਹਦਾ ਲੈਟਸ ਸੇ 9 ਗ੍ਰਾਮ ਤੋਂ ਵੀ ਘੱਟ ਹੈ, ਫਿਰ ਅਸੀਂ ਆਇਰਨ ਵੀ ਸਪਲੀਮੈਂਟ ਕਰਦੇ ਹਾਂ। ਬਾਕੀ ਕੈਲਸ਼ੀਅਮ ਵਗੈਰਾ ਸਾਰੀਆਂ 4th ਮੰਥ ਤੋਂ ਬਾਅਦ ਦੇਣੀ ਹੈ। ਠੀਕ ਹੈ। ਸੋ ਇਹ ਇੰਪੋਰਟੈਂਟ ਹੈ, ਇਹੀ ਜ਼ਰੂਰੀ ਹੈ ਇਸ ਟਾਈਮ। ਸੋ ਡਾਕਟਰ ਸਾਹਿਬ, ਹੁਣੇ ਤੁਸੀਂ ਗੱਲ ਕੀਤੀ ਸੀ ਕਿ ਸਾਰੇ ਟੈਸਟ ਕੀਤੇ ਜਾਂਦੇ ਨੇ, ਬਲੱਡ ਟੈਸਟ ਹੁੰਦੇ ਨੇ ਜਾਂ ਫਿਰ ਅਲੱਗ-ਅਲੱਗ ਤਰ੍ਹਾਂ ਦੇ ਟੈਸਟ ਹੁੰਦੇ ਨੇ। ਮੰਨ ਲਓ ਕਿਸੇ ਮਦਰ ਨੂੰ ਥਾਇਰਾਇਡ ਹੈ ਜਾਂ ਫਿਰ ਉਹ ਸ਼ੂਗਰ ਤੋਂ ਪੀੜਤ ਨੇ, ਫਿਰ ਉਹ ਵੀ ਟ੍ਰੀਟਮੈਂਟ ਨਾਲ ਚੱਲਦਾ ਹੈ? ਬਿਲਕੁਲ। ਥਾਇਰਾਇਡ ਦੀ ਮੈਡੀਸਿਨ ਤਾਂ ਅਸੀਂ ਦੇਣੇ ਹੀ ਦਿੰਦੇ ਆ, ਔਰ ਸ਼ੂਗਰ ਦੇ ਲਈ ਵੀ ਕਈ ਟੈਬਲੇਟਸ ਹੈ ਜਿਹੜੀਆਂ ਸੇਫ ਹੈ। ਅਗਰ ਉਹਦੇ ਨਾਲ ਨਹੀਂ ਗੱਲ ਬਣਦੀ ਫਿਰ ਇਨਸੂਲਿਨ ਦਿੱਤੀ ਜਾਂਦੀ ਹੈ, ਉਹ ਵੀ ਬਿਲਕੁਲ ਸੇਫ ਹੈ। ਸੋ ਇਹ ਸਾਰੀ ਇਸੀलिए ਸਕਰੀਨਿੰਗ ਕਰੀ ਜਾਂਦੀ ਹੈ, ਜਾਂ ਪਹਿਲਾਂ ਆਪਾਂ ਟੈਸਟ ਸਾਰੇ ਇਸੀलिए ਕਰਦੇ ਹਾਂ ਕਿ ਜੇ ਕੋਈ ਕਮੀ ਪੇਸ਼ੀ ਸਾਨੂੰ ਮਿਲਦੀ ਹੈ ਅਸੀਂ ਉਹਨੂੰ ਉੱਥੇ ਹੀ ਕਰੈਕਟ ਕਰ ਸਕਦੇ ਹਾਂ ਤਾਂ ਕਿ ਅੱਗੇ ਜਾ ਕੇ ਬੇਬੀ ਜਾਂ ਮਦਰ ਨੂੰ ਪ੍ਰੋਬਲਮ ਨਾ ਆਏ। ਸੋ ਇੱਕ ਪ੍ਰੈਗਨੈਂਟ ਲੇਡੀ ਨੂੰ, ਇੱਕ ਮਦਰ ਨੂੰ ਜੇ ਡਿਊਰਿੰਗ ਪ੍ਰੈਗਨੈਂਸੀ ਕੋਈ ਵੀ ਹੋਰ ਬਿਮਾਰੀ ਜਾਂ ਕੋਈ ਹੋਰ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਕੀ ਰਿਕਮੈਂਡ ਕਰਦੇ ਹੋ ਕਿ ਉਹਨੂੰ ਹੋਰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਕਿਸੇ ਸਪੈਸ਼ਲਿਸਟ ਕੋਲ, ਜਾਂ ਸਿੱਧਾ ਫਿਰ ਗਾਇਨੀ ਕੋਲ ਹੀ ਆਉਣਾ ਚਾਹੀਦਾ? ਇਹ ਬੜਾ ਜ਼ਰੂਰੀ ਹੈ। ਫਰਸਟ ਪੁਆਇੰਟ ਆਫ ਕੰਟੈਕਟ ਗਾਇਨੋਕੋਲੋਜਿਸਟ ਹੈ। ਸਾਨੂੰ ਕਈ ਵਾਰ ਲੱਗਦਾ ਹੈ ਕਿ ਥਾਇਰੋਇਡ ਵਾਸਤੇ, ਸ਼ੂਗਰ ਵਾਸਤੇ ਅਸੀਂ ਉਹਨਾਂ ਨੂੰ ਡਾਇਬੀਟੀਜ਼ ਸਪੈਸ਼ਲਿਸਟ ਕੋਲ ਭੇਜਦੇ ਹਾਂ, ਜਾਂ ਐਂਡੋਕਰਾਈਨੋਲੋਜਿਸਟ ਹੈ ਜਿਹੜੇ ਇਸ ਚੀਜ਼ ਨੂੰ ਡੀਲ ਕਰਦੇ ਆ। ਹੁਣ ਕੁਝ ਮਦਰਸ ਹੈ ਜਿਨ੍ਹਾਂ ਨੂੰ ਕਈ ਵਾਰ ਰਿਊਮੇਟੋਇਡ ਆਰਥਰਾਈਟਿਸ ਹੈ ਜਾਂ ਕੋਈ ਹੋਰ ਮੈਡੀਕਲ ਕੰਪਲਿਕੇਸ਼ਨ ਹੈ। ਸੋ ਐਜ਼ ਗਾਇਨੋਕੋਲੋਜਿਸਟ ਅਸੀਂ ਤੁਹਾਨੂੰ ਗਾਈਡ ਕਰ ਦਿੰਦੇ ਹਾਂ ਕਿ ਵੀ ਤੁਸੀਂ ਇਹ ਵਾਲੇ ਡਾਕਟਰ ਦੀ ਰਾਏ ਲਓ, ਇਹ ਵਾਲੀ ਡਾਕਟਰ ਦੀ ਰਾਏ ਲਓ। ਅਸੀਂ ਭੇਜਦੇ ਹਾਂ ਡਿਫਰੈਂਟ ਓਪੀਨੀਅਨਸ ਵਾਸਤੇ, ਪਹਿਲਾਂ ਗਾਇਨੋਕੋਲੋਜਿਸਟ ਕੋਲ ਮਿਲ ਸਕਦੇ ਹਾਂ। ਬਿਲਕੁਲ। ਸੋ ਡਾਕਟਰ ਸਾਹਿਬ, ਇੱਕ ਸੌਣ ਦਾ ਬੜਾ ਵੱਡਾ ਸਵਾਲ ਹੈ ਕਿ ਸੌਣਾ ਕਿੰਨਾ ਕੁ ਜ਼ਰੂਰੀ ਹੈ? ਫਸਟ ਟ੍ਰਾਈਮੈਸਟਰ ਦੇ ਵਿੱਚ ਇੱਕ ਮਦਰ ਦੀ ਨੀਂਦ ਕਿੰਨੀ ਕੁ ਹੋਣੀ ਚਾਹੀਦੀ ਹੈ? ਦਿਨ 'ਚ ਵੀ ਸੌਣਾ ਹੈ ਜਾਂ ਫਿਰ ਰਾਤ ਨੂੰ ਹੀ? ਦੇਖੋ, ਕੁਦਰਤ ਵੱਲੋਂ ਹੀ ਪ੍ਰੈਗਨੈਂਸੀ ਦੇ ਫਰਸਟ 3 ਮੰਥਸ ਵਿੱਚ ਗਰਭਵਤੀ ਮਹਿਲਾ ਬਹੁਤ ਸਲੀਪੀ ਫੀਲ ਕਰਦੇ ਆ, ਕਾਫੀ ਸਾਰੇ। ਕਈਆਂ ਨੂੰ ਤਾਂ ਬਿਲਕੁਲ ਨੀਂਦ ਨਹੀਂ ਆਉਂਦੀ ਔਰ ਕਈਆਂ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ। ਸੋ ਔਨ ਐਨ ਐਵਰੇਜ ਜਿਹੜੀ ਰਿਕੁਆਇਰਡ ਹੈ ਉਹ ਹੈ 8 ਆਵਰਸ ਦੀ ਰਾਤੀ ਸਲੀਪ ਔਰ 2 ਆਵਰਸ ਦਾ ਦਿਨ ਵਿੱਚ ਰੈਸਟ। ਠੀਕ ਹੈ। ਸੋ ਇਹ ਐਵਰੇਜ ਰਿਕੁਆਇਰਡ ਹੈ। ਹੁਣ ਬੰਦਾ ਕਿਵੇਂ ਉਹਨੂੰ ਮੈਨੇਜ ਕਰੇਗਾ ਉਹ ਦੇਖਣਾ ਉਹਨੇ, ਪਰ ਰਾਤੀ ਜ਼ਰੂਰ 8 ਆਵਰਸ ਸੋਣਾ ਚਾਹੀਦਾ ਹੈ ਔਰ 2 ਘੰਟੇ ਦਿਨੇ ਵੀ ਸੋਣਾ ਚਾਹੀਦਾ ਹੈ। ਹੁਣ ਇਹਦਾ ਇੱਕ ਹੋਰ ਰਿਪਲਾਈ ਕਿ ਬਹੁਤ ਅਕਸਰ ਸਵਾਲ ਆਉਂਦਾ ਹੈ ਕਿ ਮੈਮ ਕਿਸ ਪਾਸੇ ਸੋਣਾ ਹੈ, ਸੱਜੇ ਪਾਸੇ, ਖੱਬੇ ਪਾਸੇ, ਹੈ ਨਾ? ਬੜਾ ਵੈਲਿਡ ਸਵਾਲ ਹੈ। बिल्कुल, पर फर्स्ट 3 मंथ्स आप जैसे मर्जी सो जाओ, कोई प्रॉब्लम नहीं है। 5th मंथ के बाद सेकंड ट्राइमेस्टर में हम फिर से भी डिस्कस करेंगे, तब लेफ्ट करवट पे सोना होता है। बट फर्स्ट 3 मंथ्स आप जैसे मर्जी सो, कोई प्रॉब्लम नहीं है। सो फर्स्ट 3 मंथ्स हम कंक्लूड करते हैं अर्ली प्रेगनेंसी या फर्स्ट 3 मंथ्स को, फर्स्ट ट्राइमेस्टर कि किहड़ियां गल्लां जिहड़ियां बहुत इंपॉर्टेंट है। पहला, मदर दा इमोशनल हेल्थ, क्योंकि ਉਹਦੇ ਚ ਕਾਫੀ ਚੇਂजेस ਆ ਰਹੇ हैं ਜੀ। ਸੈਕੰਡ, ਸਪਲੀਮੈਂਟਸ ਉਹ ਲੈਣੇ ਹੈ ਜੀ। ਡਾਈਟ ਕੋਈ ਬਹੁਤ ਜ਼ਿਆਦਾ ਨਹੀਂ ਖਾਣ ਦੀ ਜ਼ਰੂਰਤ ਹੈ ਪਹਿਲੇ 3 ਮਹੀਨੇ, ਬਟ ਭੁੱਖੇ ਨਹੀਂ ਰਹਿਣਾ, ਥੋੜਾ ਥੋੜਾ ਖਾਂਦੇ ਰਹਿਣਾ। ਨੈਕਸਟ, ਤੁਸੀਂ ਆਪਣੀ ਕੋਈ ਵੀ ਡੇਲੀ ਐਕਟੀਵਿਟੀ ਨੂੰ ਰਿਸਟ੍ਰਿਕਟ ਨਹੀਂ ਕਰਨਾ, ਜਿਹੜਾ ਤੁਸੀਂ ਆਪਣਾ ਡੇਲੀ ਐਵਰੇਜ ਕੰਮ ਕਰਦੇ ਹੋ ਕਰਨਾ ਹੈ, ਬਟ ਸਟ੍ਰੇਨੀਅਸ ਐਕਸਰਸਾਈਜ਼ ਨਹੀਂ ਕਰਨੀ ਕਿ ਭਈ ਆਪਾਂ ਬਹੁਤ weight lifting ਨਹੀਂ ਕਰਨੀ ਹੈ। ਪਿਲਾਟਿਸ ਅਵੋਇਡ ਕਰ ਸਕਦੇ ਹਾਂ। ਸੋ ਰੈਗੂਲਰ ਐਕਸਰਸਾਈਜ਼ ਜਿਹੜੀ ਮੋਡਰੇਟ ਹੈ ਉਹ ਕਰਨ ਚ ਕੋਈ ਨੁਕਸਾਨ ਨਹੀਂ ਹੈ, ਉਹ ਕਰ ਸਕਦੇ ਹਾਂ। ਫਿਰ ਆਪਣੀ ਫਿਜ਼ੀਕਲ ਐਕਟੀਵਿਟੀ ਜਿਵੇਂ ਸੈਕਸ਼ੂਅਲ ਇੰਟਰਕੋਰਸ ਹੈ ਕਰ ਸਕਦੇ ਹਾਂ ਜੀ, ਅਨਲੈਸ ਕਿ ਕਿਸੇ ਨੂੰ ਟਵਿਨ ਪ੍ਰੈਗਨੈਂਸੀ ਹੈ ਜਾਂ ਬਲੀਡਿੰਗ ਹੋ ਰਹੀ ਹੈ, ਫਿਰ ਮਨਾ ਹੈ, ਅਦਰਵਾਈਜ਼ ਕੋਈ ਇੰਨਾ ਇਹਦੇ 'ਚ ਕੰਟਰਾਇੰਡੀਕੇਸ਼ਨ ਨਹੀਂ ਹੈ ਜੀ। ਔਰ ਫਿਰ ਮੈਡੀਸਿਨਸ ਤੇ ਆਈਏ ਤੇ ਜੇ ਕਿਸੇ ਨੂੰ ਵੋਮਿਟਿੰਗ ਹੋ ਰਹੀ ਹੈ, ਬਹੁਤ ਸਾਰੀਆਂ ਸੇਫ ਦਵਾਈਆਂ ਜਿਹੜੀਆਂ ਅਸੀਂ ਪ੍ਰੈਗਨੈਂਟ ਲੇਡੀਜ਼ ਨੂੰ ਦੇ ਸਕਦੇ ਹਾਂ ਜਿਹਦੇ ਨਾਲ ਉਹਦੀ ਜਨਰਲ ਹੈਲਥ ਜਿਹੜੀ ਉਹ ਬੈਟਰ ਰਹੇਗੀ। ਜੀ।
ਕੋਈ ਨਾਮ ਤੁਸੀਂ ਇੱਕ ਅੱਧਾ ਲੈਣਾ ਚਾਹੋਗੇ ਡਾਕਟਰ ਸਾਹਿਬ? ਦੇਖੋ ਡੌਕਸੀਨੇਟ ਹੈ ਇੱਕ ਮੈਡੀਸਨ ਜਿਹੜੀ ਵੋਮਿਟਿੰਗ ਵਾਸਤੇ ਆਰਾਮ ਨਾਲ ਲਈ ਜਾ ਸਕਦੀ ਹੈ। ਫੋਲਿਕ ਐਸਿਡ ਅਸੀਂ ਆਲਰੇਡੀ ਦੱਸ ਦਿੱਤਾ ਹੈ। ਠੀਕ ਹੈ। ਅਲਟਰਾਸਾਊਂਡ ਜਿਹੜੇ ਆ ਉਹ 2 ਹੁੰਦੇ ਆ ਫਰਸਟ ਟ੍ਰਾਈਮੈਸਟਰ 'ਚ, ਪਹਿਲਾ 6 ਤੋਂ 8 ਹਫ਼ਤੇ ਤੇ, ਔਰ ਦੂਸਰਾ ਇੱਕ ਬੜਾ ਇੰਪੋਰਟੈਂਟ ਅਲਟਰਾਸਾਊਂਡ ਹੈ ਜਿਹੜਾ ਅਸੀਂ ਕਰਦੇ ਹਾਂ 3 ਮੰਥਸ ਕੰਪਲੀਟ ਹੋਣ ਤੇ, ਠੀਕ ਹੈ, 12 ਹਫ਼ਤੇ ਤੇ। ਉਹਦੇ ਅੰਦਰ ਬੇਬੀ ਦੇ ਕਾਫੀ ਮੇਜਰ ਜਿਹੜੇ ਡਿਫੈਕਟਸ ਹੈ ਉਹ ਦਿਖ ਜਾਂਦੇ ਆ, ਜਿਵੇਂ ਬ੍ਰੇਨ ਨਹੀਂ ਬਣ ਰਿਹਾ ਜਾਂ ਸਪਾਈਨਲ ਕਾਰਡ ਦੀ ਪ੍ਰੋਬਲਮ ਹੈ, ਉਹ ਸਾਨੂੰ 3 ਮਹੀਨੇ ਵਾਲੇ ਸਕੈਨ ਤੇ ਦਿਖਦੇ ਆ। ਸੋ ਇਸ ਕਰਕੇ 3 ਮੰਥਸ ਤੇ ਇੱਕ ਇੰਪੋਰਟੈਂਟ ਅਲਟਰਾਸਾਊਂਡ ਹੁੰਦਾ ਹੈ। ਔਰ ਸੈਕਿੰਡ ਹੁੰਦਾ ਡਬਲ ਮਾਰਕਰ। ਡਬਲ ਮਾਰਕਰ ਜਿਹੜਾ ਹੈ ਉਹ ਬਲੱਡ ਟੈਸਟ ਹੈ, ਉਹ ਜੈਨੇਟਿਕ ਟੈਸਟਿੰਗ ਵਾਸਤੇ ਹੈ। ਉਹਦੇ ਨਾਲ ਜਿਹੜੇ ਕਾਮਨ ਜੈਨੇਟਿਕ ਪ੍ਰੋਬਲਮਸ ਹੈ, ਡਾਊਨ ਸਿੰਡਰੋਮ ਹੋ ਗਿਆ, ਹੋਰ ਕ੍ਰੋਮੋਸੋਮਲ ਪ੍ਰੋਬਲਮਸ ਹੈ ਜਿਹੜੇ ਸਭ ਤੋਂ ਕਾਮਨ ਹੈ, ਅਸੀਂ ਉਹਨਾਂ ਦੀ ਸਕਰੀਨਿੰਗ ਕਰਕੇ ਪੈਰੈਂਟਸ ਨੂੰ ਗ੍ਰੀਨ ਸਿਗਨਲ ਦੇ ਦਿੰਦੇ ਹਾਂ ਕਿ ਬਈ ਇਹ ਬੇਬੀ ਸੋ ਫਾਰ ਬਿਲਕੁਲ ਨਾਰਮਲ ਹੈ। ਜੀ। ਸੋ 12 ਵੀਕਸ ਜਿਹੜਾ ਬੜਾ ਇੰਪੋਰਟੈਂਟ ਮਾਈਲਸਟੋਨ ਹੈ, ਕਿਉਂਕਿ ਐਂਟੀ ਸਕੈਨ ਜਿਹੜਾ ਅਲਟਰਾਸਾਊਂਡ ਹੋਣਾ ਹੈ ਪਲੱਸ ਡਬਲ ਮਾਰਕਰ, ਔਰ ਹਲੇ ਤੱਕ ਜਿਹੜੀ ਬੇਬੀ ਦੀ ਗਰੋਥ ਹੈ, ਉਸ ਤੋਂ ਬਾਅਦ ਟੱਚਵੁੱਡ ਚਾਂਸਸ ਕੀ ਪ੍ਰੋਬਲਮ ਆਏਗੀ ਬਹੁਤ ਘੱਟ ਰਹਿ ਜਾਂਦੇ ਜੀ ਡਾਕਟਰ ਬਹੁਤ ਸਾਹਿਬ। ਘੱਟ ਰਹਿ ਜਾਂਦੇ। ਹਾਂਜੀ। ਸੋ ਲਗਭਗ ਤੁਸੀਂ ਸਾਰਾ ਕੁਝ ਦੱਸ ਹੀ ਦਿੱਤਾ, ਪਰ ਇੱਕ ਜਾਂਦੇ ਜਾਂਦੇ ਬੜਾ ਅਹਿਮ ਸਵਾਲ ਮੇਰੇ ਮਨ 'ਚ ਆਇਆ ਕਿ ਫਸਟ ਟ੍ਰਾਈਮੈਸਟਰ ਦੇ ਵਿੱਚ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਜੋ ਵੀ ਤੁਹਾਡਾ ਮਨ ਕਰਦਾ ਹੈ ਉਹ ਖਾਓ, ਪਰ ਕਈ ਵਾਰੀ ਫੈਮਿਲੀ ਮੈਂਬਰ ਕੁਝ ਹੁੰਦੇ ਨੇ ਉਹ ਕਹਿਣਗੇ ਜ਼ਿਆਦਾ ਮਿੱਠਾ ਨਹੀਂ ਖਾਣਾ, ਬੇਬੀ ਤੇ ਇਫੈਕਟ ਪਏਗਾ, ਜ਼ਿਆਦਾ ਖੱਟਾ ਨਹੀਂ ਖਾਣਾ, ਇਹ ਨਹੀਂ ਖਾਣਾ। ਤੁਸੀਂ ਦੱਸੋ ਕੀ ਹੈ ਸਹੀ? ਦੇਖੋ ਅਗੇਨ ਮੋਡਰੇਟ ਅਮਾਉਂਟ 'ਚ ਸਭ ਕੁਝ ਖਾ ਸਕਦੇ ਆ। ਜਿਹੜੇ ਮਦਰਸ ਕਈਆਂ ਨੂੰ ਮਿੱਠੇ ਦੀ ਕ੍ਰੇਵਿੰਗ ਹੈ ਖਾ ਸਕਦੇ ਆ, ਪ੍ਰੋਵਾਈਡਡ ਜੇ ਉਹਨਾਂ ਦੀ ਸ਼ੂਗਰ ਠੀਕ ਹੈ। ਅਗਰ ਸ਼ੂਗਰ ਹਾਈ ਹੈ ਫਿਰ ਡੈਫੀਨੇਟਲੀ ਆਪਾਂ ਰਿਸਟ੍ਰਿਕਟ ਕਰਾਂਗੇ। ਇਸੇ ਤਰ੍ਹਾਂ ਸਪਾਈਸੀ ਫੂਡ ਵਾਸਤੇ ਮੈਂ ਕਹਿੰਦੀ ਹੁੰਦੀ ਹਾਂ ਕਿ ਬਹੁਤ ਜ਼ਿਆਦਾ ਸਪਾਈਸੀ ਨਾ ਖਾਓ, ਪ੍ਰੋਸੈਸਡ ਫੂਡ ਨਾ ਖਾਓ, ਜੰਕ ਫੂਡ ਨਾ ਖਾਓ, ਕਿਉਂਕਿ ਉਹ ਜਨਰਲ ਹੈਲਥ ਕਿਸੇ ਦੀ ਵਾਸਤੇ ਵੀ ਅੱਛਾ ਨਹੀਂ, ਔਰ ਪ੍ਰੈਗਨੈਂਸੀ 'ਚ ਤਾਂ ਬਿਲਕੁਲ ਹੀ ਨਹੀਂ। ਪ੍ਰੈਫਰਡ ਕਰਦਾ ਖਾਣਾ, ਘਰ ਦਾ ਖਾਣਾ ਜੀ। ਐਨੀਥਿੰਗ ਕੈਨ ਬੀ ਈਟਨ, ਚਾਟ ਵੀ ਖਾਈ ਜਾ ਸਕਦੀ ਹੈ, ਗੋਲਗੱਪੇ ਵੀ ਖਾਏ ਜਾ ਸਕਦੇ हैं, पर घर बना के खाओ। और कोक ਜਾਂ ਇਸ ਤਰ੍ਹਾਂ ਜਿਹੜੀਆਂ ਫਿਜ਼ੀ ਡਰਿੰਕਸ ਹੈ ਉਹ ਅਵੋਇਡ ਕਰਨੀਆਂ ਚਾਹੀਦੀਆਂ, ਕਿਉਂਕਿ ਉਹ ਬੇਬੀ ਵਾਸਤੇ ਸੇਫ ਨਹੀਂ ਹੈ। ਔਰ ਵੈਸੇ ਫਰੂਟਸ ਹੈ, ਮੈਂਗੋਜ਼ ਹੈ ਜਾਂ ਜਾਮੁਨ ਹੈ, ਸਭ ਖਾ ਸਕਦੇ ਆ ਮੋਡਰੇਟ ਅਮਾਉਂਟ 'ਚ। ਐਕਸੈਸ 'ਚ ਆਪਾਂ ਕੁਝ ਨਹੀਂ ਖਾਣਾ। ਈਵਨ ਡਰਾਈ ਫਰੂਟ ਵੀ ਹੈ, ਥੋੜਾ ਜਿਹਾ ਅਮਾਉਂਟ, ਜਿਵੇਂ ਛੋਟੀ ਮੁੱਠੀ ਜਿੰਨਾ ਕੁ ਸਮਾਨ ਆਉਂਦਾ ਉਹਨਾਂ ਤੁਸੀਂ ਖਾ ਸਕਦੇ ਹੋ, ਪਰ ਇਹ ਨਹੀਂ ਕਿ ਹੁਣ ਅਸੀਂ 10 ਕਾਜੂ ਖਾ ਰਹੇ ਹਾਂ, 20 ਬਦਾਮ ਖਾ ਰਹੇ, ਉਹ ਨਹੀਂ ਕਰਨਾ ਤੁਸੀਂ। ਹਾਂ, ਐਕਸੈਸ 'ਚ ਕੁਝ ਵੀ ਨਹੀਂ ਖਾਣਾ। ਜੀ ਜੀ। ਸੋ ਬਹੁਤ ਧੰਨਵਾਦ ਡਾਕਟਰ ਸਾਹਿਬ, ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਸਾਨੂੰ ਦੱਸੀਆਂ ਨੇ। ਤੇ ਅਗਲੇ ਹਫਤੇ ਮੈਨੂੰ ਲੱਗਦਾ ਆਪਾਂ ਸੈਕੰਡ ਟ੍ਰਾਈਮੈਸਟਰ ਦੀ ਗੱਲ ਕਰਾਂਗੇ, ਚੌਥਾ, ਪੰਜਵਾਂ, 6ਵਾਂ, 4 to 6 ਮੰਥਸ ਉਸ ਦੀ ਗੱਲ ਕਰਾਂਗੇ। ਤੁਹਾਡੇ ਕੋਈ ਵੀ ਸਵਾਲ ਨੇ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ। ਕਿਵੇਂ ਦਾ ਤੁਹਾਨੂੰ ਪ੍ਰੋਗਰਾਮ ਲੱਗ ਰਿਹਾ ਹੈ ਉਹ ਵੀ ਸਾਨੂੰ ਤੁਸੀਂ ਜ਼ਰੂਰ ਦੱਸਿਓ। ਸੋ ਡਾਕਟਰ ਸੀਮਾ ਸ਼ਰਮਾ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ, ਤੁਹਾਡੇ ਸਭ ਤੋਂ ਵੀ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਮੋਸਟ ਵੈਲਕਮ, ਸਤਿ ਸ਼੍ਰੀ ਅਕਾਲ।